ਸਤਿ ਸ਼੍ਰੀ ਅਕਾਲ ਜੀ। FYI ਮੀਡੀਆ ਤੇ ਆਪ ਸਭ ਦਾ ਸਵਾਗਤ। ਮੈਂ ਹਾਂ ਚਮਕੌਰ ਸਿੰਘ ਮਾਛੀਕੇ। ਖਾਸ ਗੱਲਬਾਤ ਦੇ ਵਿੱਚ ਅੱਜ ਤੁਹਾਡੀ ਮੁਲਾਕਾਤ ਕਰਵਾਵਾਂਗੇ UK ਆਧਾਰਿਤ ਸਿੱਖ ਇਤਿਹਾਸਕਾਰ ਗੁਰਿੰਦਰ ਸਿੰਘ ਜੀ ਮਾਨ ਹੋਰਾਂ ਦੇ ਨਾਲ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੇ ਉੱਪਰ 2 ਕਿਤਾਬਾਂ ਵੀ ਲਿਖੀਆਂ ਨੇ ਔਰ ਹੁਣ ਇੱਕ ਉਹਨਾਂ ਦੀ ਜਿਹੜੀ ਨਵੀਂ ਕਿਤਾਬ ਆਈ ਹੈ ਦੀ ਬ੍ਰਿਟਿਸ਼ ਐਂਡ ਦੀ ਸਿੱਖ। ਬ੍ਰਿਟਿਸ਼ ਦੇ ਲੋਕਾਂ ਦੇ ਆਧਾਰਿਤ ਔਰ ਸਿੱਖਾਂ ਦੇ ਆਧਾਰਿਤ ਉਹਨਾਂ ਦੇ ਵਿੱਚ ਕੀ ਰਿਲੇਸ਼ਨਸ਼ਿਪ ਪਹਿਲਾਂ ਤੋਂ ਰਹੀ ਹੈ ਤੇ ਹੁਣ ਕਿੱਦਾਂ ਦੀ ਹੈ, ਉਹਦੇ ਉੱਪਰ ਉਹਨਾਂ ਨੇ ਖੋਜ ਕੀਤੀ ਹੈ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਦੀ ਬੈਕਗਰਾਉਂਡ ਕੀ ਹੈਗੀ ਹੋਰ ਕਿਹੜੇ ਉਹਨਾਂ ਨੇ ਕੰਮ ਕੀਤੇ ਆ, ਉਹਨਾਂ ਦੀ ਜ਼ੁਬਾਨੀ ਸੁਣਾਂਗੇ। ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਸਿੱਖ ਇਤਿਹਾਸ ਦੇ ਵਿੱਚ ਕਿਹੜੀਆਂ ਮੱਲਾਂ ਮਾਰੀਆਂ ਨੇ, ਕਿਹੜੇ ਕੰਮ ਕੀਤੇ ਨੇ। ਗੁਰਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ FYI ਮੀਡੀਆ ਤੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਧੰਨਵਾਦ ਸਾਨੂੰ ਜਿੱਦਾਂ ਸਦਨੇ ਨੂੰ ਸਿੱਖ ਇਤਿਹਾਸ ਵਾਸਤੇ ਗੱਲ ਕਰਨ ਲਈ। ਥੈਂਕ ਯੂ ਜੀ। ਗੁਰਿੰਦਰ ਜੀ, ਜਿਵੇਂ ਮੈਂ ਪਹਿਲਾਂ ਦੱਸਿਆ ਹੀ ਹੈਗਾ ਕਿ ਤੁਸੀਂ ਕਾਫੀ ਖੋਜ ਕੀਤੀ ਹੈਗੀ ਆ ਸਿੱਖ ਇਤਿਹਾਸ ਦੀ, ਖਰੜੇ ਦੀ, ਸ਼ਾਸਤਰਾਂ ਦੀ ਤੇ ਹੋਰ ਬਹੁਤ ਸਾਰੀਆਂ ਖੋਜਾਂ ਕੀਤੀਆਂ ਨੇ। ਤੁਹਾਡੀ ਜਵਾਨੀ ਅਸੀਂ ਸੁਣਨੀਆਂ ਨੇ ਅੱਜ। ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਥੋੜੀ ਜਿਹੀ ਆਪਣੀ ਬੈਕਗਰਾਉਂਡ ਦੱਸ ਦਿਓ। ਤੁਸੀਂ UK ਦੇ ਵਿੱਚ ਕਦੋਂ ਤੋਂ ਰਹਿ ਰਹੇ ਹੋ, ਬੈਕ ਹੋਮ ਤੋਂ ਤੁਸੀਂ ਕਿੱਥੋਂ ਆਏ? ਠੀਕ ਆ। ਪਹਿਲੀ ਗੱਲ ਜਿਹੜੀ ਹੈਗੀ, ਆਪਾਂ ਤਾਂ UK ਬੋਰਨ ਹੈਗੇ ਆ ਉਹਦਾ ਤਾਂ ਠੀਕ ਆ। ਤਾਂ ਇਹ ਪਹਿਲੀ ਗੱਲ ਆ। ਤਾਂ UK ਬੋਰਨ ਹੋ ਕੇ ਤਾਂ ਜਿੱਦਾਂ ਸਿੱਖੀ ਜਿੱਦਾਂ ਇੱਥੇ UK ਦੇ ਵਿੱਚ ਜਿੱਦਾਂ ਸ਼ੁਰੂ ਹੋਈ ਸੀਗੀ, ਅਰਲੀ ਫੇਜ਼ ਜਿੱਦਾਂ ਆਪਾਂ ਕਹਿੰਦੇ ਆ, ਜਿੰਨਾ ਸਾਨੂੰ ਆਪਾਂ ਸਿੱਖ ਹੋਇਆ ਸੀਗਾ ਜਿੱਦਾਂ ਗੁਰਦੁਆਰਾ ਤੋਂ, ਇੰਨਾ ਹੀ ਸਾਨੂੰ ਜਿੱਦਾਂ ਪਤਾ ਸੀਗਾ। ਉੱਦਾਂ ਜਦੋਂ ਮੇਰੀ ਉਮਰ ਜਿੱਦਾਂ ਠੀਕ 20s ਵਿੱਚ ਸੀਗੀ ਤਾਂ ਮੇਰਾ ਜਿੱਦਾਂ ਨਿਗਾਹ ਪੈ ਗਈ ਜਿੱਦਾਂ ਸੀਗਾ ਹੋਰ ਧਰਮ ਵਾਸਤੇ, ਜਿੱਦਾਂ ਸਟੱਡੀ ਕਰਨ ਨੂੰ, ਜਿੱਦਾਂ ਚੀਨੀ ਰਿਲੀਜਨ ਨੂੰ, ਮੁਸਲਮਾਨ ਦੇ ਰਿਲੀਜਨ ਨੂੰ, ਕ੍ਰਿਸਚੀਅਨਿਟੀ। ਫਿਰ ਮੈਂ ਸਿੱਖੀ ਵਾਸਤੇ ਜਿੱਦਾਂ ਮੈਂ ਨਿਗਾਹ ਪਾਈ ਸੀਗੀ। ਫਿਰ ਉਹ ਟਾਈਮ ਤੇ ਜਦੋਂ ਮੈਂ ਨਿਗਾਹ ਪਾਈ ਸੀਗੀ, ਮੈਂ ਸੋਚਦਾ ਸੀਗਾ ਜਿਹੜਾ ਪੁਰਾਣੀਆਂ ਬੁੱਕਾਂ ਜਿਹੜੀਆਂ ਲੋਕ ਲਿਖਦੇ, ਉਹ ਇਨਫੋਰਮੇਸ਼ਨ ਜਿਹੜਾ ਹੈਗਾ ਉਹੀ ਇਨਫੋਰਮੇਸ਼ਨ ਹੁੰਦਾ ਆ। ਕੋਈ ਜਿੱਦਾਂ ਆਮ ਖੋਜ ਜਾਂ ਓਰੀਜਨਲ ਖੋਜ ਬਹੁਤ ਘੱਟ ਹੁੰਦਾ ਆ। ਤਾਂ ਉਹਦੇ ਵਾਸਤੇ ਮੈਂ ਜਿੱਦਾਂ ਮਾਸਟਰਸ ਡਿਗਰੀ ਇੱਥੇ UK ਦੇ ਵਿੱਚ ਕੀਤੀ ਸੀਗੀ। ਤਾਂ ਉਹ ਡਿਗਰੀ ਕਰਕੇ ਫਿਰ ਮੈਂ ਜਿੱਦਾਂ ਆਪਣਾ ਸ਼ੁਰੂ ਕੀਤਾ ਸੀਗਾ ਖੋਜ ਕਰਨ ਨੂੰ, ਜਿੱਦਾਂ ਗੁਰੂ ਗੋਬਿੰਦ ਸਿੰਘ ਦੀ ਬਾਣੀ ਵਾਸਤੇ, ਹੋਰ ਵੀ ਜਿੱਦਾਂ ਸ਼ਾਸਤਰਾਂ ਵਾਸਤੇ, ਨਾਲੇ ਹੋਰ ਵੀ ਜਿੱਦਾਂ UK ਬ੍ਰਿਟਿਸ਼ ਜਿੱਦਾਂ ਸਿੱਖ ਰਿਲੇਸ਼ਨਸ਼ਿਪ ਜਿੱਦਾਂ ਕਹਿੰਦੇ ਆ। ਭਾਵੇਂ ਕਿ ਤੁਸੀਂ ਦਿੱਖ ਤੋਂ ਸਿੱਖ ਨਹੀਂ ਲੱਗਦੇ ਹੈਗੇ, ਪਰ ਤੁਹਾਡੇ ਮਨ ਦੇ ਵਿੱਚ ਕਿੱਦਾਂ ਇਹ ਵਿਚਾਰ ਕਿੱਦਾਂ ਆਇਆ ਕਿ ਮੈਂ ਸਿੱਖ ਇਤਿਹਾਸ ਨੂੰ ਖੋਜਾਂ? ਕਿਉਂਕਿ ਤੁਸੀਂ ਵਿਦੇਸ਼ ਦੇ ਬੋਰਨ ਔਰ ਵਿਦੇਸ਼ਾਂ ਦੇ ਵਿੱਚ ਪੜ੍ਹੇ ਹੋ। ਕਈ ਵਾਰੀ ਸੋਚਦੇ ਆ ਕਿ ਅਸੀਂ ਤਾਂ ਕਿਸੇ ਹੋਰ ਲਾਈਨ ਦੇ ਵਿੱਚ ਜਾਣਾ ਹੈਗਾ। ਮੈਨੂੰ ਤੁਹਾਡੀ ਲਾਈਨ ਵੀ ਨਹੀਂ ਪਤਾ ਵੀ ਕਿਹੜੀ ਹੈਗੀ ਹੈ, ਕਿਉਂਕਿ ਪਹਿਲੇ ਟਾਈਮ ਹੀ ਅੱਜ ਆਪਣੀ ਫਸਟ ਟਾਈਮ ਹੀ ਗੱਲ ਹੋ ਰਹੀ ਹੈਗੀ ਆ। ਇਹ ਮਨ ਦੇ ਵਿੱਚ ਤੁਹਾਡੇ ਖਿਆਲ ਕਿੱਦਾਂ ਆਇਆ ਕਿ ਮੈਂ ਜਿਹੜੀ ਸਿੱਖ ਇਤਿਹਾਸ ਦੀ, ਕਿਉਂਕਿ ਜਦੋਂ ਅਸੀਂ ਖੁਦ ਸਾਡਾ ਇੰਟਰਸਟ ਹੁੰਦਾ ਨਾ, ਅਸੀਂ ਖੁਦ ਉਸ ਧਰਮ ਦੇ ਵਿੱਚ ਜਿਵੇਂ ਕਹਿ ਦਈਏ ਕਿ ਪੂਰਨ ਪਰਪੱਕ ਹੋਈਏ। ਮੰਨ ਲਓ ਮੈਂ ਇੱਕ ਪੂਰਨ ਗੁਰਸਿੱਖ ਹੋਵਾਂ ਤਾਂ ਮੇਰੀ ਰੁਚੀ ਹੋਊਗੀ ਕਿ ਮੈਂ ਜਿਹੜੇ ਧਰਮ ਦੇ ਵਿੱਚ ਹੈਗਾਗਾ ਮੈਂ ਉਹਨੂੰ ਖੁਦ ਆਪਣੇ ਆਪ ਤੇ ਅਪਣਾ ਰਿਹਾ ਤੇ ਮੈਨੂੰ ਜਿਗਿਆਸਾ ਹੋਊਗੀ ਕਿ ਮੈਂ ਇਹਦੀ ਖੋਜ ਕਰਾਂ। ਪਰ ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲ ਕਿਵੇਂ ਹੈ? ਨਹੀਂ, ਉਦੋਂ ਤਾਂ ਤੁਹਾਡਾ ਕੁਐਸਚਨ ਜਿੱਦਾਂ ਫੈਰ ਆ, ਜਿੱਦਾਂ ਕਹਿੰਦੇ ਆ, ਮੇਰੇ ਵਾਸਤੇ ਆਪਾਂ ਤਾਂ ਹਿਸਟੋਰੀਅਨ ਆ। ਸਾਡਾ ਜਿੱਦਾਂ ਰਿਲੇਸ਼ਨਸ਼ਿਪ ਜਿੱਦਾਂ ਸੀਗਾ ਸਿੱਖੀ ਨਾਲ ਇੱਦਾਂ ਹੈਗਾ, ਜਿੰਨਾ ਸਾਡਾ ਆਪਾਂ ਪ੍ਰਚਾਰ ਕਰ ਸਕਦੇ ਜਿੱਦਾਂ ਹਿਸਟਰੀ ਵਾਸਤੇ, ਜਿੱਦਾਂ ਵਰਲਡ ਦੇ ਵਿੱਚ ਇਹ ਆ ਸਾਡਾ ਗੋਲ ਜਿੱਦਾਂ ਕਹਿੰਦੇ ਆ। ਸਾਡਾ ਧਰਮ ਜਿਹੜਾ ਹੈਗਾ ਥੋੜਾ ਜਿਹਾ ਪਿੱਛੇ ਜਿਹਾ ਰਿਹਾ ਹੋਇਆ ਵਰਲਡ ਰਿਲੀਜਨਸ ਵਿੱਚ। ਸਾਡਾ ਜਿੱਦਾਂ ਜੇ ਆਪਾਂ ਹੋਰ ਕੋਈ ਬੜੇ ਰਿਲੀਜਨ ਦੇਖੋ, ਹਿੰਦੂਇਜ਼ਮ, ਮੁਸਲਮਾਨ ਦੇ, ਕ੍ਰਿਸਚੀਅਨਿਟੀ, ਜਦੋਂ ਫਿਰ ਸਿੱਖਾਂ ਦਾ ਜਦੋਂ ਨਾਂ ਆਉਂਦਾ ਉਹ ਜਿੱਦਾਂ ਪਿੱਛੇ ਹੋ ਜਾਂਦਾ ਆ। ਤਾਂ ਮੇਰੇ ਜਿੱਦਾਂ ਖਾਸ ਸੀਗੀ ਜਿੱਦਾਂ ਸਾਰਾ ਕੰਮ ਜਿਹੜਾ ਆਪਾਂ ਕਰੀਏ UK ਦੇ ਵਿੱਚ, ਆਪਾਂ ਵਰਲਡ ਲੈਵਲ ਤੱਕ ਆਪਾਂ ਲੈ ਜਾਈਏ। ਕਿਤਾਬਾਂ ਜਿਹੜੀ ਆਪਾਂ ਲਿਖਦੇ ਆ ਸਾਰਿਆਂ ਲਾਇਬ੍ਰੇਰੀਆਂ ਜਿੱਦਾਂ ਵਰਲਡ ਦੇ ਵਿੱਚ ਹੋ ਗਿਆ। ਤਾਂ ਹੀ ਜਿੱਦਾਂ ਮੇਰੀ ਇੱਕ ਕਿਤਾਬ ਜਿਹੜੀ ਮੈਂ ਲਿਖੀ ਹੋਈ ਆ ਉਹ ਆਕਸਫੋਰਡ ਯੂਨੀਵਰਸਿਟੀ ਨੇ ਜਿੱਦਾਂ ਛਪੀ ਹੋਈ ਆ, ਤਾਂ ਸਾਰੀ ਵਰਲਡ ਲਾਇਬ੍ਰੇਰੀਆਂ ਦੇ ਵਿੱਚ ਜਿੱਦਾਂ ਜਾਂਦੀ ਆ। ਤਾਂ ਉਹ ਮੇਰਾ ਖਾਸ ਪਹਿਲਾਂ ਤੋਂ ਹੀ ਸੀਗਾ, ਜਿੰਨਾ ਖੋਜ ਮੈਂ ਕਰ ਸਕਦਾ ਹਿਸਟੋਰੀਕਲੀ ਮੈਂ ਗੱਲ ਕਰਦਾ, ਉਹ ਸਾਨੂੰ ਪੇਸ਼ ਕਰਨਾ ਚਾਹੀਦਾ ਜਿੱਦਾਂ ਵਰਲਡ ਦੇ ਵਿੱਚ। ਇਹ ਸਾਡਾ ਸਿੱਖ ਹਿਸਟਰੀ ਜਿਹੜਾ ਹੈਗਾ ਇਹ ਬਸ ਸਿੱਖਾਂ ਲਈ ਨਹੀਂ, ਇਹ ਸਾਡਾ ਗੋਰਿਆਂ ਲਈ ਵੀ ਹੈਗਾ, ਹੋਰ ਧਰਮਾਂ ਲਈ ਵੀ ਹੈਗਾ। ਤਾਂ ਮੈਂ ਸੋਚਿਆ ਸੀਗਾ ਜਿੱਦਾਂ ਇਹ ਕੰਮ ਜਿਹੜਾ ਹੈਗਾ ਸਾਰਿਆਂ ਨੂੰ ਜਿੱਦਾਂ ਸਾਨੂੰ ਪੇਸ਼ ਕਰਨਾ ਚਾਹੀਦਾ। ਇੱਕ ਜਿਹੜਾ ਇੱਥੇ ਤੁਸੀਂ ਮਿਊਜ਼ੀਅਮ ਬਣਾਇਆ ਹੈਗਾ ਉਹਦੇ ਤੁਸੀਂ ਡਾਇਰੈਕਟਰ ਵੀ ਹੈਗੇ ਹੋਗੇ,
ਉਹਦੇ ਵਿੱਚ ਤੁਸੀਂ ਸ਼ਾਸਤਰ ਜਿਹੜੇ ਪੁਰਾਣੇ ਰੱਖੇ ਹੋਏ ਹੈਗੇ ਆਗੇ, ਉਹਨਾਂ ਬਾਰੇ ਜ਼ਰੂਰ ਜਾਣਕਾਰੀ ਦਿਓ। ਉਹਨਾਂ ਦੀ ਕੀ ਖੋਜ ਕੀਤੀ ਹੈਗੀ ਆ ਤੁਸੀਂ? ਪਹਿਲਾਂ ਹਾਂਜੀ, ਮੈਂ ਕਲੈਰੀਫਾਈ ਕਰਵਾਂ, ਇਹ ਸਾਡਾ ਜਿੱਦਾਂ ਇਹ ਫਿਜ਼ੀਕਲ ਮਿਊਜ਼ੀਅਮ ਨਹੀਂ, ਅਜੇਬਘਰ ਨਹੀਂ, ਸਾਡੇ ਕੋਲ ਹੈਗਾ ਡਿਜੀਟਲ ਅਜੇਬਘਰ। ਉਹਦਾ ਮੈਨਾਂ ਹੈਗਾ ਆਪਾਂ ਆਬਜੈਕਟ ਜਿਹੜੇ ਹੁੰਦੇ ਆ, ਕੋਈ ਸਹੀ ਸ਼ਾਸਤਰ ਹੋਵੇ ਜਾਂ ਕੋਈ ਹੋਰ ਵੀ ਜਿੱਦਾਂ ਪੁਰਾਣੇ ਇਤਿਹਾਸਿਕ ਕੋਈ ਚੀਜ਼ ਹੋਵੇ, ਉਹ ਆਪਾਂ 3D ਦੇ ਵਿੱਚ ਆਪਾਂ ਬਣਾਉਣੇ ਆ। ਉਹ 3D ਦੇ ਵਿੱਚ ਬਣਾ ਕੇ ਫਿਰ ਆਪਾਂ ਵੈਬਸਾਈਟ ਤੇ ਵੀ ਦੇਖ ਸਕਦੇ ਆ, ਜਿੱਦਾਂ ਫੋਨਾਂ ਤੇ ਵੀ ਦੇਖ ਸਕਦੇ, ਟੈਬਲੇਟ ਵੀ ਦੇਖ ਸਕਦੇ ਆ। ਹੁਣ ਬਹੁਤ ਘਾਟ ਆ, ਜਦੋਂ ਬੱਚੇ ਹੁਣ ਜਿਹੜੇ ਹੈਗੇ ਹੁਣ ਪੜ੍ਹਦੇ ਹੈ ਨਹੀਂ, ਬਹੁਤ ਘੱਟ ਪੜ੍ਹਦੇ ਆ, ਤਾਂ ਹੁਣ ਆਪਾਂ ਟੈਕਨੋਲੋਜੀ ਦੀ ਸਾਨੂੰ ਯੂਜ਼ ਕਰਨੀ ਚਾਹੀਦੀ ਆ, ਫਿਰ ਆਪਾਂ ਸਿੱਖ ਇਤਿਹਾਸ ਨੂੰ ਜਿੱਦਾਂ ਆਪਾਂ ਗਾਹਾਂ ਕਰ ਸਕਦੇ ਆ। ਤਾਂ ਮੈਂ ਵੈਬਸਾਈਟ ਦਾ ਐਡਰੈਸ ਵੀ ਦੇ ਦਿੰਦਾ, ਉਹ www.anglosikhmuseum.com anglosikhmuseum.com। ਉੱਥੇ ਜਾ ਕੇ ਕੋਈ ਜੱਸਦਾ ਬੱਚਾ ਹੋਵੇ, ਐਡਲਟ ਹੋਵੇ, ਉੱਥੇ ਜਾ ਕੇ ਫਿਰ ਜਿੱਦਾਂ ਸਾਡੇ ਕੋਲ ਆਬਜੈਕਟ ਹੈਗੇ, ਆਪਾਂ ਕੋਹੀਨੂਰ ਵੀ ਆਪਾਂ 3D ਦੇ ਵਿੱਚ ਬਣਾਇਆ ਹੋਇਆ, ਹੋਰ ਵੀ ਸ਼ਾਸਤਰ ਨਾਲੇ ਹੋਰ ਵੀ ਜਿੱਦਾਂ ਚੀਜ਼ਾਂ ਹੈਗੀਆਂ ਸਿੱਖ ਐਮਪਾਇਰ ਤੋਂ, ਉਹ ਸਾਰੇ ਜਿੱਦਾਂ ਦੇਖ ਸਕਦੇ ਆ। ਮਾਨ ਸਾਹਿਬ, ਜਦੋਂ ਸਿੱਖ ਇਤਿਹਾਸ ਦੀ ਤੁਸੀਂ ਖੋਜ ਕਰ ਰਹੇ ਹੋ, ਮੰਨ ਲਓ ਕਿਸੇ ਵੀ ਚੀਜ਼ ਦੀ ਅਸੀਂ ਖੋਜ ਕਰਦੇ ਹਾਂ, ਸਾਨੂੰ ਬੜੀ ਤਹਿ ਤੱਕ ਜਾਣਾ ਪੈਂਦਾ ਉਹਦੇ ਤੱਕ। ਸਿੱਖ ਇਤਿਹਾਸ ਦੀ ਖੋਜ ਕਰਨ ਦੇ ਲਈ ਤੁਸੀਂ ਕੀ ਸਾਡੀ ਸ਼੍ਰੋਮਣੀ ਕਮੇਟੀ ਤੋਂ ਜਾਂ ਸਾਡੇ ਸਿੱਖ ਇਤਿਹਾਸਕਾਰਾਂ ਤੋਂ ਉਹਨਾਂ ਦੀ ਕੋਈ ਹੈਲਪ ਲੈਂਦੇ ਹੋ, ਜਾਂ ਜਿਹੜੀਆਂ ਪੁਰਾਣੀਆਂ ਬੁੱਕਸ ਪੜ੍ਹ ਕੇ ਹੀ ਇਹਦੀ ਖੋਜ ਕਰ ਰਹੇ ਹੋ? ਠੀਕ ਆ, ਤਾਂ ਇਹ ਜਿਹੜੀ ਰਿਸਰਚ ਜਿਹੜਾ ਮੈਂ ਕਰਦਾ, ਇਹ ਜਿੱਦਾਂ ਆਮ ਸਾਡੇ ਕੋਲ ਟੀਮਾਂ ਵੀ ਹੈਗੀਆਂ ਰਿਸਰਚ ਕਰਨ ਨੂੰ, ਹੋਰ ਵੀ ਜਿੱਦਾਂ ਆਪ ਜਿੱਦਾਂ ਕਿਤਾਬਾਂ ਦੇ ਵਿੱਚ ਫੀਲਡ ਰਿਸਰਚ ਮੈਂ ਬਹੁਤ ਕਰਦਾ। ਜਿੱਦਾਂ ਇਹ ਕਿਤਾਬ ਜਿਹੜੀ ਮੈਂ ਹੁਣ ਲਿਖੀ ਆ ਬ੍ਰਿਟਿਸ਼ ਇਨ ਦ ਸਿੱਖਸ, ਮੈਂ ਦਿੱਲੀ ਗਿਆ ਸੀਗਾ ਜਿੱਦਾਂ ਰਿਸਰਚ ਕਰਨ ਨੂੰ, ਜਿੱਦਾਂ ਫਿਰ ਜਿੱਥੇ ਬਾਬਾ ਬਗੇਲ ਸਿੰਘ ਦੀ ਜਿੱਦਾਂ ਸਮਾਧ ਹੈਗੀ ਆ, ਉੱਥੇ ਜਾ ਕੇ ਰਿਸਰਚ ਕੀਤਾ ਸੀਗਾ। ਤਾਂ ਕੰਬੀਨੇਸ਼ਨ ਆ ਡਾਕੂਮੈਂਟਸ, ਕਿਤਾਬ, ਹੋਰ ਪ੍ਰੋਫੈਸ਼ਨਲ ਡਾਕਟਰ ਜਿਹੜੇ ਹੈਗੇ ਸਿੱਖੀ ਦੇ ਵਿੱਚ, ਉਹਨਾਂ ਨਾਲ ਗੱਲਬਾਤ ਮਾਰ ਕੇ, ਤਾਂ ਉੱਦਾਂ ਤਾਂ ਮੈਂ ਤਾਂ 20 ਸਾਲ ਦਾ ਕੰਮ ਆ ਜਿੱਦਾਂ ਰਿਸਰਚ ਕਰਨ ਨੂੰ, ਸਾਰਾ ਇਕੱਠਾ ਕਰਕੇ ਆਪਾਂ ਪੈਕੇਜ ਕਰਕੇ ਜਿੱਦਾਂ ਕਹਿੰਦੇ ਆ, ਫਿਰ ਆਪਾਂ ਜਿੱਦਾਂ ਪੇਸ਼ ਕਰਦੇ ਆ ਸੰਗਤ ਨੂੰ। ਕਦੋਂ ਤੋਂ ਲੱਗੇ ਹੋਏ ਹੋ ਮਾਨ ਸਾਹਿਬ ਤੁਸੀਂ ਇਸ ਕੰਮ ਦੇ ਵਿੱਚ? 20 ਸਾਲ ਹੋ ਗਏ ਤੁਹਾਨੂੰ? ਹਾਂਜੀ 1997 ਤੋਂ 1997 ਤੋਂ ਜਿੱਦਾਂ ਪਹਿਲਾਂ ਮੈਨੂੰ ਜਿੱਦਾਂ ਮੇਰਾ ਨਿਗਾਹ ਪਈ ਸੀਗੀ, ਜਿੱਦਾਂ ਇਹ ਵਾਸਤੇ ਮੈਂ ਸੋਚਿਆ ਸੀਗਾ ਚੱਲ ਆਪਾਂ ਸਿੱਖ ਹਿਸਟਰੀ ਵਾਸਤੇ ਆਪਾਂ ਹੁਣ ਵਧਾਈਏ, ਜਿੱਦਾਂ ਆਪਾਂ ਉਹ ਖੋਜ ਜਿਹੜਾ ਪਹਿਲਾਂ ਦਾ ਖੋਜ ਸੀਗਾ ਉਹ ਡਿਫਰੈਂਟ ਸਟਾਈਲ ਆ, ਹੁਣ ਆਪਾਂ ਸਾਡੇ ਕੋਲ ਟੈਕਨੋਲੋਜੀ ਵੀ ਹੈਗੀ ਆ, ਜਿੱਦਾਂ ਇੰਟਰਨੈਟ ਵੀ ਹੈਗਾ, ਹੁਣ ਜਿੱਦਾਂ ਆਪਾਂ ਸਾਡਾ ਰਿਸਰਚ ਆਪਾਂ ਹੁਣ ਜ਼ਿਆਦਾ ਆਪਾਂ ਵਧਾ ਸਕਦੇ ਹਾਂ। ਅੱਛਾ ਮਾਨ ਸਾਹਿਬ, ਜਿਹੜੀ ਇਹ ਤੁਹਾਡੀ ਹੁਣ ਕਿਤਾਬ ਛਪੀ ਹੈਗੀ ਦੀ ਬ੍ਰਿਟਿਸ਼ ਐਂਡ ਦੀ ਸਿੱਖਸ, ਇਹਦੇ ਵਿੱਚ ਬੇਸਿਕਲੀ ਹੈ ਕੀ ਹੈਗਾ, ਕਾਹਦੀ ਖੋਜ ਕੀਤੀ ਹੈ ਤੁਸੀਂ? ਠੀਕ ਆ, ਤਾਂ ਜਿੱਦਾਂ ਆਮ ਜਦੋਂ ਆਪਾਂ ਦੇਖਦੇ ਆ ਗੋਰਿਆਂ ਦਾ ਰਾਜ ਜਿੱਦਾਂ ਪੰਜਾਬ ਵਿੱਚ ਜਾਂ ਇੰਡੀਆ ਦੇ ਵਿੱਚ, ਪਹਿਲੀ ਗੱਲ ਜਿਹੜਾ ਆਪਾਂ ਸੋਚਦੇ ਹੁੰਦੇ ਆ, ਆਪਾਂ ਨਹੀਂ ਤਾਂ ਸੋਚਦੇ ਆ ਜਦੋਂ ਐਂਗਲੋ ਸਿੱਖ ਵੋਰ ਵਾਸਤੇ, ਨਹੀਂ ਤਾਂ ਆਪਾਂ ਦੇਖਦੇ ਜਦੋਂ ਸਿੱਖ ਭਰਤੀ ਹੋਏ ਸੀਗੇ World War I World War II ਦੇ ਵਿੱਚ। ਉਹਦਾ ਮੈਂ ਇਹ ਕਿਤਾਬ ਦੇ ਵਿੱਚ ਮੈਂ ਲੋਕਾਂ ਨੂੰ ਦੱਸਣਾ ਸੀਗਾ, ਸਾਡੀ ਸਿੱਖੀ ਦਾ ਰਿਲੇਸ਼ਨਸ਼ਿਪ ਬ੍ਰਿਟਿਸ਼ ਦਾ ਉਹ ਤਾਂ 18th ਸੈਂਚੁਰੀ ਦੇ ਵਿੱਚ ਸ਼ੁਰੂ ਹੁੰਦਾ ਆ। ਇਹ ਤਾਂ ਜਿੱਦਾਂ 18ਵੀਂ ਸਦੀ ਦੇ ਵਿੱਚ ਸ਼ੁਰੂ ਹੁੰਦਾ ਆ। ਇਹ ਤਾਂ ਗੋਰੇ ਜਿੱਦਾਂ ਉਦੋਂ ਸੀਗੇ ਜਦੋਂ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸੀਗੀ, ਗੋਰੇ ਉਦੋਂ ਵੀ ਉਹਨਾਂ ਨੇ ਆਈ ਵਿਟਨੈਸ ਸੀਗੇ। ਜਦੋਂ ਸਾਡੇ ਸਿੱਖ ਮਿਸਲ ਦੇ ਜਿੱਦਾਂ ਰਾਜ ਵੀ ਸੀਗਾ, ਉਹ ਟਾਈਮ ਤੇ ਜਦੋਂ ਬਾਬਾ ਬਗੇਲ ਸਿੰਘ ਨੇ ਜਿੱਦਾਂ ਹਮਲਾ ਕੀਤਾ ਸੀਗਾ ਲਾਲ ਕਿਲ੍ਹੇ ਦੇ ਵਿੱਚ, ਉਦੋਂ ਵੀ ਬ੍ਰਿਟਿਸ਼ ਬੈਠੇ ਸੀਗੇ। ਤਾਂ ਹੀ ਜਿੱਦਾਂ ਮੈਂ ਕਿਤਾਬ ਦੇ ਜਿੱਦਾਂ ਮੋਹਰੇ ਮੈਂ ਬਗੇਲ ਸਿੰਘ ਦੀ ਜਿੱਦਾਂ ਪਿਕਚਰ ਲਾਈ ਹੋਈ ਆ। ਇਹ ਗੱਲ ਜਿੱਦਾਂ ਸੀਗੀ ਜਦੋਂ ਸਿੱਖਾਂ ਨੇ ਹਮਲਾ ਕੀਤਾ ਸੀਗਾ ਦਿੱਲੀ ਨੂੰ, ਉਹ ਗੋਰਿਆਂ ਨੂੰ ਜਿੱਦਾਂ ਤਾਂ ਮਾਝਾ ਬਹੁਤ ਸਰਪ੍ਰਾਈਜ਼ ਲੱਗਾ ਸੀਗਾ। ਇਹ ਸੋਚਦੇ ਸੀਗੇ ਇਹ ਸਿੱਖ ਕੌਣ ਆ, ਕੌਣ ਬੰਦੇ ਹੈਗੇ, ਕਿੱਥੋਂ ਆਏ ਹੋਏ ਆ। ਤਾਂ ਇਹ ਨਵਾਂ ਰਿਲੇਸ਼ਨਸ਼ਿਪ ਜਿਹਾ ਸ਼ੁਰੂ ਹੋ ਗਿਆ ਸੀਗਾ। ਤਾਂ ਮੈਂ ਜਿੱਦਾਂ ਮੈਂ ਕਿਹਾ 18th ਸੈਂਚੁਰੀ ਤੋਂ ਮੈਂ ਸ਼ੁਰੂ ਕਰਨਾ ਸੀਗਾ। ਫਿਰ ਇਹ ਤਾਂ ਮਗਰੋਂ ਤਾਂ ਸਾਨੂੰ ਪਤਾ ਹੈ ਜਿੱਦਾਂ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਵੀ ਜਿੱਦਾਂ ਕਾਫੀ ਬ੍ਰਿਟਿਸ਼ ਸਿੱਖ ਰਿਲੇਸ਼ਨਸ਼ਿਪ ਸੀਗੇ। ਜੀ, ਜਿਹੜਾ ਤੁਸੀਂ ਇਹ ਗੱਲ ਕਰ ਰਹੇ ਹੋ ਇਸ ਬੁੱਕ ਦੀ, ਬੇਸਿਕਲੀ ਇਹਦੇ ਵਿੱਚ ਜਿਹੜਾ ਤੁਸੀਂ ਐਂਗਲੋ ਸਿੱਖ ਵਾਰ ਦੀ ਗੱਲ ਕੀਤੀ ਹੈਗੀ ਆ, ਉਹਦੇ ਬਾਰੇ ਜ਼ਰੂਰ ਚਾਨਣਾ ਪਾਓ, ਕਿਉਂਕਿ ਸਾਡੇ ਬਹੁਤ ਸਾਰੇ ਜਿਹੜੇ ਸਿੱਖ ਇਤਿਹਾਸਕਾਰ ਹੈਗੇ ਉਹਨਾਂ ਨੇ ਬਹੁਤ ਘੱਟ ਲਿਖਿਆ ਇਹਦੇ ਬਾਰੇ। ਹਾਂਜੀ, ਬਹੁਤ ਸਹੀ ਗੱਲ ਆ। ਪਹਿਲੀ ਗੱਲ ਇਹਦੇ ਵਾਸਤੇ ਮੈਂ ਕਹਿਣੀ ਸੀ, ਆਪਾਂ ਜਿੱਦਾਂ UK ਦੇ ਵਿੱਚ ਬਹੁਤ ਜਿੱਦਾਂ ਐਕਸੀਬਿਸ਼ਨ ਲਾਇਆ ਸੀਗਾ 2 ਸਾਲ ਹੋ ਗਿਆ ਹੁਣ ਐਂਗਲੋ ਸਿੱਖ ਵੋਰ ਵਾਸਤੇ। ਤਾਂ ਇਹ ਗੋਰਿਆਂ ਨੂੰ ਵੀ ਜਿੱਦਾਂ ਬਹੁਤ ਚੰਗਾ ਲੱਗਾ, ਸਿੱਖਾਂ ਨੂੰ ਵੀ ਬਹੁਤ ਚੰਗਾ ਲੱਗਾ ਸੀਗਾ। ਜਿੱਦਾਂ ਆਮ ਲੋਕ ਇਹਦੇ ਵਾਸਤੇ ਕੋਈ ਗੱਲ ਨਹੀਂ ਕਰਦੇ, ਬਟ ਸਿੰਪਲੀ ਗੱਲ ਇਹ ਹੈਗੀ ਆ, ਰਣਜੀਤ ਸਿੰਘ ਦੇ ਮਗਰੋਂ ਜਦੋਂ ਪੂਰਾ ਹੋਇਆ ਸੀਗਾ
ਸਿੱਖ ਕੋਰਟ ਦੇ ਵਿੱਚ ਜਿੱਦਾਂ ਲਾਹੌਰ ਦਰਬਾਰ ਵਿੱਚ ਜਿੱਦਾਂ ਇਸ਼ੂ ਬਹੁਤ ਪ੍ਰੋਬਲਮ ਜਿਹਾ ਹੋ ਗਿਆ ਸੀਗੇ। ਫਿਰ ਬ੍ਰਿਟਿਸ਼ ਜਿਹੜੇ ਸੀਗੇ ਉਹਨਾਂ ਨੇ ਦੇਖਿਆ ਸੀਗਾ ਇਹ ਪ੍ਰੋਬਲਮ ਹੋ ਗਿਆ, ਫਿਰ ਜਿੱਦਾਂ ਇਹ ਜੰਗ ਸ਼ੁਰੂ ਹੋਣ ਲੱਗ ਪਏ ਸੀਗੇ। ਇਹ ਮੇਨ ਜੰਗ ਜਿਹੜੇ ਸੀਗੇ ਉਹ ਟਾਈਮ ਤੇ ਜਿੱਦਾਂ ਸੀਗੇ ਮੁਦਕੀ ਦਾ ਜੰਗ, ਫਿਰੋਜ਼ ਸ਼ਾਹ ਸਭਰਾਵਾਂ, ਉੱਥੇ ਜਿੱਦਾਂ ਸਾਡਾ ਬਹੁਤ ਮਹਾ ਸ਼ਹੀਦ ਸ਼ਾਮ ਸਿੰਘ ਅਟਾਰੀਵਾਲ ਜਿੱਦਾਂ ਸ਼ਹੀਦ ਜਿੱਦਾਂ ਉੱਥੇ ਹੋਏ ਸੀਗੇ। ਫਿਰ ਸੈਕੰਡ ਐਂਗਲੋ ਸਿੱਖ ਵੋਰ ਵੀ ਹੋਇਆ ਸੀਗਾ ਉੱਥੇ ਮੁਲਤਾਨ, ਰਾਮਨਗਰ, ਕਿਲੀਅਨਵਾਲਾ, ਤਾਂ ਉਹ ਪਾਕਿਸਤਾਨ ਸਾਈਡ ਤੇ ਪੈਂਦੇ ਆ। ਫਿਰ ਮਗਰੋਂ ਜਿੱਦਾਂ ਸਿੱਖਾਂ ਨਾਲ ਜਿੱਦਾਂ ਗੁਲਾਮੀ, ਜਿੱਦਾਂ ਲਾਲ ਸਿੰਘ, ਤੇਜ ਸਿੰਘ ਨੇ ਜਿੱਦਾਂ ਬਹੁਤ ਧੋਖਾ ਕੀਤਾ ਸੀਗਾ ਸਿੱਖਾਂ ਨਾਲ, ਫਿਰ ਸਾਡਾ ਜਿੱਦਾਂ ਰਾਜ ਜਿੱਦਾਂ ਬ੍ਰਿਟਿਸ਼ ਨੂੰ ਚਲ ਗਿਆ ਸੀਗਾ। ਤਾਂ ਇਹ ਪੀਰੀਅਡ ਜਿਹੜਾ ਆਪਾਂ ਕਹਿੰਦੇ ਆ ਇਹ ਜਿੱਦਾਂ ਬਹੁਤ ਸਾਨੂੰ ਸਿੱਖਾਂ ਨੂੰ ਬਹੁਤ ਜਿੱਦਾਂ ਬਲੈਕ ਡੇ ਜਿੱਦਾਂ ਆਪਾਂ ਕਹਿੰਦੇ ਹੈਗਾ ਆ। ਉੱਦਾਂ ਮੈਂ ਜਿੱਦਾਂ ਇਹ ਕਿਤਾਬ ਦੇ ਵਿੱਚ ਮੈਂ ਇਨਫੋਰਮੇਸ਼ਨ ਬਹੁਤ ਲਿਖਿਆ ਉਹਦੇ ਵਾਸਤੇ। ਜਦੋਂ ਗੋਰੇ ਲਿਖਦੇ ਹੁੰਦੇ ਆ ਜਿੱਦਾਂ ਸਿੱਖਾਂ ਨੇ ਜਿੱਦਾਂ ਸਤਲੁਜ ਦਰਿਆ ਜਿਹੜਾ ਹੈਗਾ ਸਿੱਖਾਂ ਨੇ ਜਿੱਦਾਂ ਕ੍ਰਾਸ ਕੀਤਾ ਸੀਗਾ, ਇਹ ਮੈਂ ਕਿਤਾਬ ਦੇ ਵਿੱਚ ਦਿਖਾਉਣਾ। ਜਿੱਦਾਂ ਜਦੋਂ 1709 ਦੇ ਵਿੱਚ 1809 ਦੇ ਵਿੱਚ ਜਦੋਂ ਟ੍ਰੀਟੀ ਹੋਈ ਸੀਗੀ ਸਿੱਖਾਂ ਨਾਲ ਬ੍ਰਿਟਿਸ਼ ਨਾਲ, ਉਹ ਜਿੱਦਾਂ ਜਗ੍ਹਾ ਜਿਹੜੇ ਸੀਗੇ ਸਤਲੁਜ ਦੇ ਥੱਲੇ ਜਿੱਦਾਂ ਕਹਿੰਦੇ ਆ, ਉਹ ਜਿੱਦਾਂ ਜਿਹੜੇ ਟੈਰੀਟਰੀ ਸੀਗੇ ਉਹ ਸਿੱਖ ਟੈਰੀਟਰੀ ਸੀਗੇ। ਜਦੋਂ ਬ੍ਰਿਟਿਸ਼ ਜਦੋਂ ਐਕੂਜ਼ੇਸ਼ਨ ਮਾਰਦੇ ਆ ਜਦੋਂ ਜਿੱਦਾਂ ਸਿੱਖਾਂ ਨੇ ਜਿੱਦਾਂ ਸਤਲੁਜ ਕ੍ਰਾਸ ਕੀਤਾ ਸੀਗਾ, ਇਹਦੇ ਵਾਸਤੇ ਵੀ ਮੈਂ ਬਹੁਤ ਜਿੱਦਾਂ ਇਹਦੇ ਵਿੱਚ ਲਿਖਿਆ ਕਿਤਾਬ ਦੇ ਵਿੱਚ। ਫਿਰ ਮੈਂ ਤੁਹਾਨੂੰ ਦਿਖਾ ਸਕਦਾ ਜਿੱਦਾਂ ਇਹ ਬਹੁਤ ਗਲਤ ਗੱਲ ਹੈਗੀ ਹੈ ਜਦੋਂ ਬ੍ਰਿਟਿਸ਼ ਨੇ ਜਿੱਦਾਂ ਐਕੂਜ਼ੇਸ਼ਨ ਕੀਤਾ ਸੀ। ਉੱਦਾਂ ਇੱਥੋਂ ਹੀ ਜਿੱਦਾਂ ਸਿੱਖ ਐਂਗਲੋ ਸਿੱਖ ਵੋਰ ਸ਼ੁਰੂ ਹੋਇਆ ਸੀ ਉਦੋਂ ਤੋਂ। ਅੱਛਾ, ਇਸ ਵਾਰ ਤੋਂ ਬਾਅਦ ਐਂਗਲੋ ਸਿੱਖ ਵਾਰ ਤੋਂ ਬਾਅਦ ਬ੍ਰਿਟਿਸ਼ ਨੇ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਜਿਹੜੀਆਂ ਸ਼ਸਤਰ ਸੀਗੇ ਜਾਂ ਸਾਡੀਆਂ ਵਿਰਾਸਤਾਂ ਸੀਗੀਆਂ ਉਹ ਲੈ ਆਂਦੀਆਂ ਸੀਗੀਆਂ। ਤੇ ਬ੍ਰਿਟਿਸ਼ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਵੀ ਕੀ ਕਿਹੜੀਆਂ ਹੈਗੀਆਂ, ਤੁਸੀਂ ਖੋਜ ਕੀਤੀ ਹੋਣੀ ਉਹਨਾਂ ਦੀ? ਹਾਂਜੀ, ਉਹਦਾ ਤਾਂ ਲਿਸਟ ਜੇ ਆਪਾਂ ਤੁਹਾਨੂੰ ਦਓ ਇਹ ਤਾਂ ਲਿਸਟ ਤਾਂ ਬਹੁਤ ਆ। ਦੋ ਚੀਜ਼ਾਂ ਸੀਗੀਆਂ, ਇੱਕ ਲੋਰਡ ਡਲਹੌਜ਼ੀ ਜਿਹੜਾ ਸੀ ਗੋਰਿਆਂ ਦਾ ਜਿੱਦਾਂ ਗਵਰਨਰ ਜਨਰਲ ਜਿੱਦਾਂ ਕਹਿੰਦੇ ਆ, ਉਹਨੇ ਜਿੱਦਾਂ ਲਿਸਟਾਂ ਬਣਾਈਆਂ ਸੀਗੀਆਂ ਕਿਹੜੀਆਂ ਚੀਜ਼ਾਂ ਆਪਾਂ ਬ੍ਰਿਟਿਸ਼ ਨੂੰ ਇੰਗਲੈਂਡ ਨੂੰ ਆਪਾਂ ਲੈ ਕੇ ਜਾਣੀਆਂ। ਉਹ ਜਿੱਦਾਂ ਸਾਰੇ ਅਜੇਬਗਾਹ ਦੇ ਵਿੱਚ ਯੂਕੇ ਦੇ ਵਿੱਚ ਡਿਸਪਰਸ ਜਿੱਦਾਂ ਹੋਇਆ ਸੀਗੀਆਂ। ਸਮ ਚੀਜ਼ਾਂ ਸਾਨੂੰ ਪਤਾ ਜਿੱਥੇ ਹੈਗੀਆਂ, ਸਮ ਸਾਨੂੰ ਨਹੀਂ ਪਤਾ। ਉੱਦਾਂ ਕਾਫੀ ਜਿੱਦਾਂ ਵਿਕਟੋਰੀਆ ਐਂਡ ਐਲਬਰਟ ਮਿਊਜ਼ੀਅਮ ਹੈਗਾ ਯੂਕੇ ਦੇ ਵਿੱਚ, ਉੱਥੇ ਜਿੱਦਾਂ ਕੁਰਸੀ ਹੈਗੀ ਹੈ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਦੀ। ਇੱਕ ਉੱਥੇ ਜਿੱਦਾਂ ਦਸਤਾਰ ਬੂੰਗਾ ਵੀ ਹੈਗਾ ਜਿੱਦਾਂ ਅਕਾਲੀ ਨਿਹੰਗ ਸਿੰਘਾਂ ਦਾ। ਤਾਂ ਹੋਰ ਵੀ ਜਿੱਦਾਂ ਚੀਜ਼ਾਂ ਹੈਗੀਆਂ, ਹੋਰ ਵੀ ਜਿੱਦਾਂ ਮਿਊਜ਼ੀਅਮਸ ਵਿੱਚ ਤਾਂ ਉਹਦਾ ਕਾਫੀ ਸ਼ਾਸਤਰ ਹੈਗੇ ਆ, ਕਾਫੀ ਜਿੱਦਾਂ ਸ਼ੀਲਡਸ ਹੈਗੇ ਆ, ਜੂਲਰੀ ਵੀ ਹੈਗੀ ਆ। ਜਿੱਥੇ ਤੁਸੀਂ ਦੇਖੋ ਯੂਕੇ ਦੇ ਵਿੱਚ ਕੋਈ ਬੜੇ ਅਜੇਬਗਾਹ ਦੇ ਵਿੱਚ, ਉੱਥੇ ਸਿੱਖ ਇਤਿਹਾਸ ਇੱਥੇ ਯੂਕੇ ਦੇ ਵਿੱਚ ਪਿਆ। ਐਂਗਲੋ ਸਿੱਖ ਵਰਚੁਅਲ ਮਿਊਜ਼ੀਅਮ ਦਾ ਜਿਹੜਾ ਪ੍ਰੋਜੈਕਟ ਹੈਗਾ ਉਹਦਾ ਉਦੇਸ਼ ਕੀ ਹੈਗਾ, ਮਕਸਦ ਕੀ ਹੈ? ਹਾਂ, ਉਹਦਾ ਮਤਲਬ ਜਿਹੜਾ ਹੈਗਾ, ਜੇ ਆਪਾਂ ਸਾਨੂੰ ਜਿੱਦਾਂ ਪੁਰਾਣੀਆਂ ਇਤਿਹਾਸ ਗੋਰੇ ਸਾਨੂੰ ਜਿੱਦਾਂ ਪੰਜਾਬ ਨੂੰ ਨਹੀਂ ਵਾਪਸ ਦੇ ਸਕਦੇ, ਸਾਡਾ ਜਿਹਦਾ ਮਿਸ਼ਨ ਇੱਥੇ ਯੂਕੇ ਦੇ ਵਿੱਚ ਹੈਗਾ, ਆਪਾਂ ਇਹ ਅਜੇਬਗਾਹ ਨੂੰ ਆਪਾਂ ਗੱਲ ਕਰਕੇ ਡਿਜੀਟਾਈਜ਼ ਕਰਕੇ ਆਪਾਂ 3D ਦੇ ਵਿੱਚ ਆਪਾਂ ਪੇਸ਼ ਕਰ ਸਕਦੇ ਹਾਂ। ਜੇ ਮਿਊਜ਼ੀਅਮ ਦੇ ਵਿੱਚ ਦਿਖਾਉਂਦੇ ਨਹੀਂ ਜਾਂ ਉਹਨਾਂ ਨੇ ਪਿੱਛੇ ਰੱਖਿਆ ਹੋਇਆ ਸਟੋਰਸ ਦੇ ਵਿੱਚ, ਆਪਾਂ ਜਾ ਕੇ ਫੋਟੋ ਕਰਕੇ 3D ਸਕੈਨਰ ਯੂਜ਼ ਕਰਕੇ ਆਪਾਂ ਰੀਕ੍ਰੀਏਟ ਕਰ ਸਕਦੇ ਹਾਂ ਇਹ ਜਿੱਦਾਂ ਇਤਿਹਾਸ ਜਿਹੜਾ ਹੈਗਾ। ਫਿਰ ਆਪਾਂ ਪੇਸ਼ ਕਰ ਸਕਦੇ ਹਾਂ ਜਿੱਦਾਂ ਬੱਚਿਆਂ ਨੂੰ। ਆਪਾਂ ਬਹੁਤ ਜਿੱਦਾਂ ਇੱਥੇ ਯੂਕੇ ਦੇ ਵਿੱਚ ਜਿੱਦਾਂ ਡੈਮੋਨਸਟ੍ਰੇਸ਼ਨ ਕੀਤੇ, ਸ਼ੋਕੇਸ ਕੀਤੇ ਆ, ਤਾਂ ਇਹ ਬਹੁਤ ਜ਼ਿਆਦਾ ਇਤਿਹਾਸ ਨੂੰ ਜਿੱਦਾਂ ਫਰਦਰ ਕਰਦਾ। ਅਜਾਇਬ ਘਰ ਦੇ ਵਿੱਚ ਜਿਹੜਾ ਤੁਸੀਂ 3D ਦੀ ਗੱਲ ਕਰਦੇ ਹੈਗੇ ਹੋ, ਇੱਕ ਨਵੀਂ ਟੈਕਨੋਲੋਜੀ ਹੈਗੀ ਆ, ਉਹਦੇ ਵਿੱਚ ਕਿਹੜੀਆਂ ਚੀਜ਼ਾਂ ਹੈਗੀਆਂ? ਸੋ ਫਾਰ ਆਪਾਂ ਜਿੱਦਾਂ ਕੋਹਿਨੂਰ ਡਾਇਮੰਡ ਜਿੱਦਾਂ ਆਪਾਂ ਰੀਕ੍ਰੀਏਟ ਕੀਤਾ, ਉਹ ਜਿਹੜਾ ਡਾਇਮੰਡ ਆਪਾਂ ਰੀਕ੍ਰੀਏਟ ਕੀਤਾ ਜੋ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਸੀਗਾ। ਹੁਣ ਲੋਕ ਸਾਨੂੰ ਜਿਹਨਾਂ ਨੂੰ ਪਤਾ ਹੋਊਗਾ ਉਹਨਾਂ ਨੂੰ ਪਤਾ ਜਿੱਦਾਂ ਇਹ ਹੀਰਾ ਜਿਹੜਾ ਹੈਗਾ ਇਹ ਤਾਂ ਜਿੱਦਾਂ ਕੁਈਨ ਮਦਰ ਦੇ ਕਰਾਊਨ ਦੇ ਵਿੱਚ ਪੈਂਦਾ, ਹੁਣ ਜਿੱਦਾਂ ਟਾਵਰ ਲੰਡਨ ਦੇ ਵਿੱਚ ਪਿਆ, ਉਹਦਾ ਆਪਾਂ ਰੀਕ੍ਰੀਏਟ ਕੀਤਾ ਜਿੱਦਾਂ ਰਣਜੀਤ ਸਿੰਘ ਦੇ ਟਾਈਮ ਤੇ ਸੀਗਾ। ਹੋਰ ਵੀ ਜਿੱਦਾਂ ਇੱਕ ਸਾਡੇ ਕੋਲ ਸ਼ਾਸਤਰ ਜਿੱਦਾਂ ਹੈਗਾ ਉਹ ਜਿੱਦਾਂ ਮਹਾਰਾਜਾ ਪਟਿਆਲੇ ਤੋਂ ਜਿੱਦਾਂ ਆਇਆ ਸੀਗਾ। ਨਾਲੇ ਹੋਰ ਵੀ ਜਿੱਦਾਂ ਸਾਡੇ ਕੋਲ ਮਹਾਰਾਜਾ ਜਿੰਦਨ ਕੌਰ ਦੀ ਜਿੱਦਾਂ ਜੂਲਰੀ ਜਿਹੜੀ ਹੈਗੀ ਆ, ਉਹਦੇ ਵਾਸਤੇ ਵੀ ਆਪਾਂ 3D ਦੇ ਵਿੱਚ ਆਪਾਂ ਬਣਾ ਹੋਇਆ। ਇੱਕ ਸਿੱਖਾ ਵੀ ਆਪਾਂ ਜਿੱਦਾਂ ਰੀਕ੍ਰੀਏਟ ਕੀਤਾ, ਉਹਦੇ ਵਾਸਤੇ ਉਹ ਜਿੱਦਾਂ ਰਣਜੀਤ ਸਿੰਘ ਦੇ ਟਾਈਮ ਤੇ ਸੀਗਾ, ਉਹ ਵੀ ਜਿੱਦਾਂ ਆਪਾਂ ਰੀਕ੍ਰੀਏਟ ਕੀਤਾ। ਇਹ ਪ੍ਰੋਜੈਕਟ ਜਿਹੜਾ ਆਪਾਂ ਕਰਦੇ ਆ, ਇਹਦੇ ਵਿੱਚ ਫਰਸਟ ਫੇਜ਼ ਜਿਹੜਾ ਆਪਾਂ ਕਹਿੰਦੇ ਆ, ਉਹਦੇ ਵਿੱਚ 20 ਆਬਜੈਕਟ ਆਪਾਂ ਰੀਕ੍ਰੀਏਟ ਕਰਨੇ ਆ। ਇਹ ਸਾਡਾ ਪਹਿਲਾ ਫੇਜ਼ ਆ। ਫਿਰ ਮਗਰੋਂ ਫਿਰ ਆਪਾਂ ਦੇਖੂਗੇ ਜੇ ਇੰਡੀਆ ਦੇ ਵਿੱਚ, ਪਾਕਿਸਤਾਨ, ਹੋਰ ਵੀ ਜਿੱਦਾਂ ਜਗ੍ਹਾ ਆਪਾਂ ਜਾ ਕੇ ਆਪਾਂ ਰੀਕ੍ਰੀਏਟ ਕਰ ਸਕਦੇ, ਉਹ ਫੰਡਿੰਗ ਤੇ ਡਿਪੈਂਡ ਕਰੂਗਾ ਉਹਦਾ।
ਅੱਛਾ, ਜਿਹੜੀ ਤੁਹਾਡੀ ਕਿਤਾਬ ਹੈਗੀ ਦੀ ਬ੍ਰਿਟਿਸ਼ ਐਂਡ ਦੀ ਸਿੱਖ, ਇਹਦੀ ਹਾਰਡ ਕਾਪੀ ਵੀ ਹੈਗੀ ਆ ਜਾਂ ਇਹ ਆਨਲਾਈਨ ਹੀ ਹੈਗੀ ਆ, ਅਸੀਂ ਪੜ੍ਹ ਸਕਦੇ ਹਾਂ? ਹਾਂਜੀ, ਇਹ ਸੌਫਟ ਬੈਕ ਕਾਪੀ ਜਿੱਦਾਂ ਹੈਗੇ ਆ ਆਪਾਂ ਕਹਿੰਦੇ ਆ, ਤਾਂ ਇਹ ਜਿੱਦਾਂ ਕਾਫੀ ਜਿੱਦਾਂ ਕਲਰ ਪਿਕਚਰ ਵੀ ਹੈਗਾ, ਬਲੈਕ ਐਂਡ ਵਾਈਟ ਵੀ ਪਿਕਚਰ ਹੈਗੇ, ਮਿਕਸਚਰ ਜਿੱਦਾਂ ਹੈਗਾ ਦੋਵੇਂ ਵਾਸਤੇ। ਨਹੀਂ, ਇਹ ਕਿਤਾਬ ਅਸੀਂ ਬਾਹਰੋਂ ਖਰੀਦ ਵੀ ਸਕਦੇ ਹਾਂ? ਹਾਂਜੀ ਹਾਂਜੀ ਹਾਂਜੀ, ਤਾਂ ਜਿਵੇਂ ਵੈਬਸਾਈਟ ਜੇ ਅਸੀਂ ਕੈਨੇਡਾ ਅਮਰੀਕਾ ਦੇ ਵਿੱਚ ਖਰੀਦਣੀ ਹੋਵੇ ਤਾਂ ਅਸੀਂ ਕਿੱਥੋਂ ਮਿਲ ਸਕਦੀ ਕਿਤਾਬ? ਹਾਂਜੀ, ਤਾਂ ਯੂਕੇ ਦੇ ਵਿੱਚ ਕੰਪਨੀ ਜਿਹੜੀ ਵੇਚਦੀ ਉਹ ਹੈਲੀਅਨ ਆ, helion.co.uk। ਜੇ ਤੁਸੀਂ ਜਿੱਦਾਂ USA ਜਾਂ ਕੈਨੇਡਾ ਦੇ ਵਿੱਚ ਆ ਤਾਂ ਉੱਥੇ ਕੇਸਮੇਟ ਪਬਲਿਸ਼ਿੰਗ ਹੈਗੀ ਆ, ਕੇਸਮੇਟ ਪਬਲਿਸ਼ਿੰਗ, ਉੱਥੋਂ ਮਿਲ ਜਾਂਦੀ ਆ। ਹੁਣ ਸਾਰੇ ਲੋਕ ਅਮਰੀਕਾ ਕੈਨੇਡਾ ਦੇ ਵਿੱਚ ਖਰੀਦ ਰਹੇ ਆ ਹੁਣ, ਤੇ ਮਗਰੋਂ ਫਿਰ ਜਿੱਦਾਂ ਇੰਡੀਆ ਵੀ ਹੋਰ ਮਾਰਕੀਟ ਵਿੱਚ ਮਗਰੋਂ ਚੱਲ ਜੂਗੀ। ਅੱਛਾ, ਇਸ ਕਿਤਾਬ ਦੇ ਬਾਰੇ ਜੇ ਕੋਈ ਮੇਰੇ ਕੋਲੋਂ ਸਵਾਲ ਰਹਿ ਗਿਆ ਹੋਵੇ, ਤੁਸੀਂ ਦੱਸਣਾ ਚਾਹੁੰਦੇ ਹੋ, ਕੋਈ ਗੱਲਬਾਤ ਰਹਿ ਗਈ ਹੋਵੇ ਕਰਨ ਵਾਲੀ ਇਸ ਕਿਤਾਬ ਦੇ ਸੰਬੰਧ ਵਿੱਚ, ਤਾਂ ਤੁਸੀਂ ਦੱਸ ਸਕਦੇ ਹੋ। ਹਾਂਜੀ, ਤਾਂ ਇਹ ਜਿਹੜੀ ਕਿਤਾਬ ਜਿਹੜੀ ਕੁਆਇਟ ਯੂਨੀਕ ਆ, ਜਿੱਦਾਂ ਇਹ ਜਿੱਦਾਂ ਸ਼ਾਸਤਰ ਵੀ ਜਿੱਦਾਂ ਮੈਂ ਫੋਟੋ ਪਿਕਚਰ ਵੀ ਦਿਖਾਏ ਹੋਏ ਆ, ਹੋਰ ਵੀ ਜਿੱਦਾਂ ਖੋਜ ਕੀਤੀ ਹੋਈ, ਜਿੱਦਾਂ ਕ੍ਰਿਸਚੀਅਨ ਮਿਸ਼ਨਰੀ ਜਿਹੜੇ ਸੀਗੇ ਉਹ ਜਿੱਦਾਂ ਪੰਜਾਬ ਨੂੰ ਕਿੱਦਾਂ ਆਏ ਸੀਗੇ, ਉਹਨਾਂ ਨੇ ਕੀ ਜਿੱਦਾਂ ਨੁਕਸਾਨ ਕੀਤਾ ਸੀਗਾ। ਹੋਰ ਵੀ ਜਿੱਦਾਂ ਮੈਂ ਜਿੱਦਾਂ ਲਿਖਿਆ ਹੋਇਆ, ਜਿੱਦਾਂ ਨਿਹੰਗ ਸਿੰਘ ਜਿੱਦਾਂ ਗੋਰਿਆਂ ਨਾਲ ਟੱਕਰ ਹੋਇਆ ਸੀਗਾ, ਉਹਦੇ ਵਿੱਚ ਕਿੱਦਾਂ ਰਿਲੇਸ਼ਨਸ਼ਿਪ ਜਿੱਦਾਂ ਰਿਹਾ। ਫਿਰ ਐਂਡ ਦੇ ਵਿੱਚ ਕਿਤਾਬ ਦੇ ਵਿੱਚ ਮੈਂ ਲਿਖਦਾ ਹਾਂ ਜਿੱਦਾਂ ਉੱਦਾਂ ਤਾਂ ਜਿੱਦਾਂ ਪ੍ਰੋਬਲਮ ਜਿੱਦਾਂ ਸੀਗੇ ਐਨੈਕਸੇਸ਼ਨ ਪੰਜਾਬ ਤੋਂ ਮਗਰੋਂ, ਫਿਰ ਮਗਰੋਂ ਜਿੱਦਾਂ ਕਾਫੀ ਜਿੱਦਾਂ ਸਿੱਖ ਭਰਤੀ ਵੀ ਹੋ ਗਿਆ ਸੀਗੇ ਬ੍ਰਿਟਿਸ਼ ਇੰਡੀਅਨ ਆਰਮੀ ਦੇ ਵਿੱਚ, ਤੇ ਉਹਦੇ ਵਾਸਤੇ ਵੀ ਜਿੱਦਾਂ ਮੈਂ ਲਿਖਿਆ ਹੋਇਆ ਕਿੱਦਾਂ ਭਰਤੀ ਹੋਏ ਆ। ਫਿਰ ਜਿੱਦਾਂ ਐਗਜ਼ਾਮਪਲਸ ਵੀ ਦਿੱਤੇ ਹੋਏ, ਫੋਟੋਗ੍ਰਾਫਸ ਵੀ ਹੈਗੇ ਉਹਦੇ ਵਾਸਤੇ। ਤਾਂ ਇਹ ਕਿਤਾਬ ਜਿਹੜੀ ਹੈਗੀ 1700 ਤੋਂ ਲੈ ਕੇ 1900 ਤੱਕ ਚੱਲਦੀ ਆ। ਕਾਫੀ ਜਿੱਦਾਂ ਓਰੀਜਨਲ ਰਿਸਰਚ ਹੈਗੀ ਆ ਇਹਦੇ ਵਿੱਚ। ਅੱਛਾ, ਇੱਕ ਥੋੜੀ ਜਿਹੀ ਗੱਲ ਮੈਂ ਕਰਨੀ ਚਾਹਾਂਗਾ, ਜਿਹੜੀ ਇੱਥੋਂ ਤੁਹਾਡੀਆਂ ਪਹਿਲੀਆਂ ਦੋ ਕਿਤਾਬਾਂ ਆਈਆਂ ਸੀਗੀਆਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੇ ਉੱਪਰ, ਉਹਨਾਂ ਬਾਰੇ ਬਰੀਫਲੀ ਥੋੜਾ ਜਿਹਾ ਜ਼ਰੂਰ ਚਾਨਣਾ ਪਾਓ, ਕੀ ਸੀਗਾ ਹਾਂਜੀ, ਕਿਤਾਬਾਂ? ਉਹ ਜਿੱਦਾਂ ਕਿਤਾਬ ਜਿੱਦਾਂ ਸੀ ਉਹ ਹੈਗੀ ਆ ਸ੍ਰੀ ਦਸਮ ਗ੍ਰੰਥ ਸਾਹਿਬ ਵਾਸਤੇ। ਉੱਦਾਂ ਇੱਕ ਕਿਤਾਬ ਹੈਗੀ ਆ ਸ੍ਰੀ ਦਸਮ ਗ੍ਰੰਥ ਸਾਹਿਬ ਕੁਐਸਚਨ ਐਂਡ ਆਨਸਰਸ, ਉਹ 50 ਸਵਾਲ ਹੈਗੇ, 50 ਆਨਸਰ ਉਹਦੇ ਵਿੱਚ ਦਿੱਤੇ ਹੋਏ ਆ। ਸੈਕੰਡ ਕਿਤਾਬ ਜਿਹੜੀ ਹੈਗੀ ਆ ਦ ਗ੍ਰੰਥ ਆਫ ਗੁਰੂ ਗੋਬਿੰਦ ਸਿੰਘ, ਉਹ ਆਕਸਫੋਰਡ ਯੂਨੀਵਰਸਿਟੀ ਨੇ ਛਪੀ ਹੋਈ ਆ। ਉਹ ਜਿੱਦਾਂ ਆਮ ਜਿੱਦਾਂ ਸਾਰੇ ਵਰਲਡ ਲਾਇਬ੍ਰੇਰੀਆਂ ਵਿੱਚ ਪੇਸ਼ ਹੋਈ ਆ। ਤਾਂ ਉਹਦੇ ਵਾਸਤੇ ਜਿੱਦਾਂ ਪੁਰਾਣੇ ਸਰੂਪ ਸ਼ਾਸਤਰ, ਪੁਰਾਣੇ ਇਤਿਹਾਸ ਵਿੱਚ ਕਿੱਦਾਂ ਦਸਮ ਬਾਣੀ ਜਿੱਦਾਂ ਚੱਲਦੀ ਰਹੀ ਆ ਪਹਿਲੇ ਟਾਈਮ ਤੋਂ। ਅੱਛਾ, ਇੱਕ ਲਾਸਟ ਸਵਾਲ ਮੇਰਾ ਇਹ ਹੈਗਾ, ਮੈਨੂੰ ਜਿਗਿਆਸਾ ਇਸ ਦੀ ਹੈਗੀ, ਜਦੋਂ ਤੁਸੀਂ ਦਸਮ ਗ੍ਰੰਥ ਦਾ ਨਾਮ ਲਿਆ, ਦਸਮ ਗ੍ਰੰਥ ਬਾਰੇ ਤੁਹਾਡੇ ਕੀ ਤੁਸੀਂ ਖੋਜ ਕੀਤੀ ਹੈ ਕਿ ਕੀ ਵਿਚਾਰ ਕੀ ਨੇ ਤੁਹਾਡੇ ਉਹਦੇ ਬਾਰੇ? ਮੈਂ ਤੇ ਜਿੱਦਾਂ ਪਹਿਲਾਂ ਜਿੱਦਾਂ ਮਾਸਟਰਸ ਡਿਗਰੀ ਜਿਹੜੀ ਕੀਤੀ ਉਹ ਦਸਮ ਗ੍ਰੰਥ ਵਿੱਚ ਆ। ਮੇਰੀ ਪਹਿਲੀ ਜਿੱਦਾਂ ਥੀਸਿਸ ਆ ਵਰਲਡ ਦੇ ਵਿੱਚ ਜਿੱਦਾਂ ਵੈਸਟਰਨ ਯੂਨੀਵਰਸਿਟੀ ਤੋਂ ਦਸਮ ਗ੍ਰੰਥ ਸਾਹਿਬ ਵਾਸਤੇ। ਮੇਰਾ ਜਿੱਦਾਂ ਰਿਸਰਚ ਜਿੱਦਾਂ ਸ਼ੋਅ ਕਰਦਾ ਆ, ਜਿਹੜੇ ਬਾਣੀਆਂ ਹੈਗੀਆਂ ਦਸਮ ਗ੍ਰੰਥ ਵਿੱਚ ਉਹ ਸਾਰੇ ਗੁਰੂ ਗੋਬਿੰਦ ਸਿੰਘ ਨੇ ਜਿੱਦਾਂ ਰਚਨਾ ਕੀਤੀਆਂ ਹੋਈਆਂ। ਵੈਰੀ ਸਿੰਪਲ, ਕੋਈ ਜ਼ਿਆਦਾ ਲੰਬੀ ਗੱਲ ਵਾਸਤੇ ਇਹਦੇ ਹੈ ਨਹੀਂ ਕੋਈ। ਨਹੀਂ, ਜਿਵੇਂ ਬਹੁਤ ਸਾਰੇ ਜਿਹੜੇ ਅੱਜ ਦੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜਗਿਆਸੂ ਸਿੱਖ ਹੈਗੇ ਆ ਜਾਂ ਅਪਗ੍ਰੇਡ ਸਿੱਖ ਹੈਗੇ ਜਿਹੜੇ ਸੋ ਕਾਲਡ ਅਪਗ੍ਰੇਡ ਸਿੱਖ ਹੈਗੇ ਆ, ਉਹ ਬੜੇ ਕਿੰਤੂ ਪਰੰਤੂ ਕਰਦੇ ਹੈਗੇ ਨੇ ਉਸ ਬਾਣੀ ਦੇ ਉੱਪਰ। ਤੁਹਾਡੇ ਮੁਤਾਬਕ ਕਿ ਉਹ ਸਾਰੀ ਜਿਹੜੀ ਬਾਣੀ ਹੈਗੀ ਆ ਉਹ ਗੁਰੂ ਗੋਬਿੰਦ ਸਿੰਘ ਦੀ ਹੈ? ਹਾਂਜੀ, 100%। ਇਹ ਜਿੱਦਾਂ ਇਹ ਕਿਤਾਬਾਂ ਦੇ ਵਿੱਚ ਜਿਹੜੇ ਮੈਂ ਦੋ ਲਿਖੀਆਂ ਹੋਈਆਂ, ਉਹਦੇ ਵਿੱਚ ਜਿੱਦਾਂ ਸਭ ਕੁਝ 100%, ਜਿੱਦਾਂ ਆਪਾਂ ਪ੍ਰੂਫ ਦੀ ਗੱਲ ਹੈ ਨਹੀਂ। ਜਿਹੜਾ ਮੰਨਦਾ ਹੈ ਦਸਮ ਬਾਣੀ ਦੇ ਵਿੱਚ ਉਹਨਾਂ ਨੇ ਮੰਨਣਾ ਹੀ ਆ ਬਸ। ਉੱਦਾਂ ਜਿਹੜੇ ਪ੍ਰੂਫ ਜਿੱਦਾਂ ਆਪਾਂ ਦਿੱਤੇ ਹੋਏ ਆ, ਪੁਰਾਣੇ ਸਰੂਪ ਗੁਰੂ ਗੋਬਿੰਦ ਸਿੰਘ ਦੇ ਟਾਈਮ ਤੋਂ, ਪੁਰਾਣੀਆਂ ਜਿੱਦਾਂ ਲਿਖਤਾਂ ਗੁਰੂ ਗੋਬਿੰਦ ਸਿੰਘ ਦੇ ਟਾਈਮ ਤੋਂ ਮਗਰੋਂ, ਕਵੀਆਂ ਦੇ ਟਾਈਮ ਤੋਂ 18th ਸੈਂਚੁਰੀ, ਸਭ ਕੁਝ ਐਗਜ਼ਾਮਪਲ ਦਿੱਤੇ ਹੋਏ ਆ। ਤਖ਼ਤਾਂ ਦੇ ਵਿੱਚ ਕਿੱਦਾਂ ਪ੍ਰਕਾਸ਼ ਹੁੰਦਾ ਸੀਗਾ, ਉਹਦੇ ਵਾਸਤੇ ਵੀ ਖੋਜ ਹੈਗਾ। ਤਾਂ ਜਿਹੜੇ ਜਿੱਦਾਂ ਚਾਹੁੰਦੇ ਆ ਜਿੱਦਾਂ ਐਕਸਟਰਾ ਇਨਫੋਰਮੇਸ਼ਨ ਲੱਭਣੇ ਨੂੰ, ਇਹ ਦੋ ਕਿਤਾਬਾਂ ਦੇ ਵਿੱਚ ਹੈਗੀ ਆ। ਇਹ ਸਭ ਕੁਝ ਜਿੱਦਾਂ ਸਾਰੇ ਜਿੱਦਾਂ ਇਨਫੋਰਮੇਸ਼ਨ ਹੈਗਾ। ਇਹ ਸਾਡਾ ਕੰਮ ਦਸਮ ਗ੍ਰੰਥ ਜਿੱਦਾਂ 20 ਸਾਲ ਦਾ ਕੰਮ ਸੀਗਾ, ਉਹ ਜਿੱਦਾਂ ਹੁਣ ਪਿਛਲਾ ਕੰਮ ਆ। ਹੁਣ ਜਿੱਦਾਂ ਆਪਾਂ ਕੰਮ ਕਰਦੇ ਜਿੱਦਾਂ ਬ੍ਰਿਟਿਸ਼ ਐਂਡ ਸਿੱਖਸ ਵਾਸਤੇ ਹੈਗਾ ਜੀ। ਮਾਨ ਸਾਹਿਬ, ਦਸਮ ਗ੍ਰੰਥ ਦੇ ਉੱਪਰ ਆਪਾਂ ਨਾ ਇੱਕ ਦਿਨ ਫਿਰ ਕਿਸੇ ਦਿਨ ਪੂਰਾ ਟਾਕ ਸ਼ੋ ਜਿਹੜਾ ਉਸ ਦੇ ਉੱਪਰ ਕਰਾਂਗੇ। ਮੈਨੂੰ ਖੁਸ਼ੀ ਹੋਈ ਕਿ ਤੁਸੀਂ ਦਸਮ ਗ੍ਰੰਥ ਜੀ ਦੇ ਉੱਪਰ ਇੱਕ ਡਿਗਰੀ ਵੀ ਕੀਤੀ ਹੋਈ ਆ, ਮਾਸਟਰ ਡਿਗਰੀ ਤੁਸੀਂ ਕੀਤੀ ਹੋਈ ਆ। ਸੋ ਕਾਫੀ ਕੁਝ ਸਾਡੇ ਜਿਹੜੇ ਸਿੱਖ ਲੋਕਾਂ ਨੂੰ ਜਾਂ ਸਿੱਖ ਇਤਿਹਾਸਕਾਰ ਜਿਹੜੇ ਹੈਗੇ ਆ ਉਹਨਾਂ ਨੂੰ ਸਿੱਖਣ ਨੂੰ ਮਿਲੂਗਾ। ਆਪਾਂ ਜ਼ਰੂਰ ਇੱਕ ਦਿਨ ਕਿਸੇ ਨਾ ਕਿਸੇ ਦਿਨ ਫਿਰ ਦਸਮ ਗ੍ਰੰਥ ਦੇ ਉੱਪਰ ਜ਼ਰੂਰ ਗੱਲਬਾਤ ਕਰਾਂਗੇ। ਸੋ ਇਸ ਜਿਹੜੀ ਕਿਤਾਬ ਦੇ ਉੱਪਰ ਆਪਾਂ ਅੱਜ ਗੱਲਬਾਤ ਕੀਤੀ ਹੈ, ਦੀ ਬ੍ਰਿਟਿਸ਼ ਐਂਡ ਦੀ ਸਿੱਖ। ਅੱਛਾ, ਇਹਦੀ ਵੈਬਸਾਈਟ ਕੀ ਹੈਗੀ ਇਸ ਕਿਤਾਬ ਦੀ? ਵੈਬਸਾਈਟ ਜਿੱਦਾਂ helion.co.uk, ਓਕੇ, www.helion.co.uk।
ਅਮਰੀਕਾ ਕੈਨੇਡਾ ਵਾਸਤੇ ਮੇਰਾ ਖਿਆਲ ਕੇਸਮੇਟ ਪਬਲਿਸ਼ਿੰਗ ਲੱਭਣਾ ਪਊਗਾ ਗੂਗਲ ਦੇ ਵਿੱਚ ਪਾ ਕੇ ਕੇਸਮੇਟ ਪਬਲਿਸ਼ਿੰਗ, ਉਹ ਜਿੱਦਾਂ ਕੈਨੇਡਾ ਨਾਲ ਅਮਰੀਕਾ ਦੇ ਵਿੱਚ ਉੱਥੇ ਜਿੱਦਾਂ ਤੁਸੀਂ ਆਰਡਰ ਕਰ ਸਕਦੇ ਹੋ। ਅੱਛਾ, ਆਪਣੇ ਜਿਹੜੀਆਂ ਇਹ ਕਿਤਾਬਾਂ ਤੁਹਾਡੀਆਂ ਹੈਗੀਆਂ ਨੇ ਆਈਆਂ ਹੁਣ ਤੱਕ, ਉਹਨਾਂ ਦੇ ਸੰਬੰਧ ਦੇ ਵਿੱਚ ਤੁਸੀਂ ਵੱਖ-ਵੱਖ ਜਗ੍ਹਾ ਤੇ ਜਾਂਦੇ ਵੀ ਹੋਵੋਗੇ ਸਪੀਚ ਕਰਨ ਦੇ ਲਈ ਜਾਂ ਭਾਸ਼ਣ ਦੇਣ ਦੇ ਲਈ ਯੂਨੀਵਰਸਿਟੀਆਂ ਦੇ ਵਿੱਚ? ਹਾਂਜੀ ਹਾਂਜੀ, ਕਾਫੀ ਜਿੱਦਾਂ ਸਾਰਾ ਅਰਾਊਂਡ ਦ ਵਰਲਡ ਆਪਾਂ ਲੈਕਚਰ ਕੀਤੇ ਹੋਏ ਆ, ਜਿੱਦਾਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਵੀ, ਪੰਜਾਬੀ ਯੂਨੀਵਰਸਿਟੀ ਪਟਿਆਲੇ, ਤਾਂ ਦਿੱਲੀ ਦੇ ਵਿੱਚ ਵੀ ਕਾਫੀ ਜਿੱਦਾਂ ਲੈਕਚਰ ਕੀਤੇ ਹੋਏ ਆ, USA ਦੇ ਵਿੱਚ ਵੀ ਮੈਂ ਕੀਤੇ ਹੋਏ, ਗੁਰਦੁਆਰਿਆਂ ਦੇ ਵਿੱਚ ਵੀ ਕੀਤੇ ਹੋਏ ਆ। ਤਾਂ ਜਿੱਦਾਂ ਸਾਰੀ ਜਗ੍ਹਾ UK, ਯੂਰਪ, ਅਮਰੀਕਾ, ਪੰਜਾਬ, ਸਾਰੀ ਜਗ੍ਹਾ ਆਪਾਂ ਜਾ ਕੇ ਜਿੱਦਾਂ ਆਪਾਂ ਲੈਕਚਰ ਕੀਤੇ ਹੋਏ ਡਿਫਰੈਂਟ ਥੀਮਸ ਦੇ ਵਿੱਚ, ਠੀਕ ਆ। ਸਿੱਖ ਮਿਲਟਰੀ ਹਿਸਟਰੀ, ਗੁਰੂ ਗੋਬਿੰਦ ਸਿੰਘ ਦੀ ਬਾਣੀ ਵਾਸਤੇ, ਬ੍ਰਿਟਿਸ਼ ਐਂਡ ਸਿੱਖ ਵਾਸਤੇ, ਐਂਗਲੋ ਸਿੱਖ ਵੋਰ ਵਾਸਤੇ, ਡਿਫਰੈਂਟ ਥੀਮ ਵਾਸਤੇ ਜਿੱਦਾਂ ਲੈਕਚਰ ਕੀਤੇ ਹੋਏ ਆ ਆਲ ਅਰਾਊਂਡ ਦ ਵਰਲਡ। ਜੀ, ਸੋ ਮਾਨ ਸਾਹਿਬ, ਬਹੁਤ ਧੰਨਵਾਦ, ਤੁਸੀਂ ਟਾਈਮ ਕੱਢਿਆ, ਸਾਡੇ ਨਾਲ ਗੱਲਬਾਤ ਕੀਤੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਜਿਹੜੀਆਂ ਖੋਜਾਂ ਤੁਸੀਂ ਸਿੱਖ ਇਤਿਹਾਸ ਵਾਸਤੇ ਕੀਤੀਆਂ ਨੇ, ਖਾਸ ਕਰਕੇ ਦਸਮ ਬਾਣੀ ਦੇ ਉੱਪਰ ਤੁਸੀਂ ਖੋਜ ਕੀਤੀ ਹੈ, ਉਹਨਾਂ ਦੇ ਬਾਰੇ ਵੀ ਗੱਲਬਾਤ ਕਰਾਂਗੇ। ਅੱਜ ਤੁਹਾਡੇ ਤੋਂ ਇਜਾਜ਼ਤ ਚਾਹਾਂਗੇ ਇੱਥੇ। ਧੰਨਵਾਦ ਤੁਹਾਡਾ। ਹਾਂਜੀ, ਥੈਂਕ ਯੂ ਦਾ ਬਹੁਤ, ਸੰਗਤ ਨੂੰ ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ, ਸੋ ਇਹ ਸਨ ਗੁਰਿੰਦਰ ਸਿੰਘ ਜੀ ਮਾਨ, ਜਿਹੜੇ ਕਿ ਇੰਗਲੈਂਡ ਦੇ ਵਿੱਚ ਰਹਿੰਦੇ ਨੇ ਔਰ ਉੱਥੋਂ ਦੇ ਬੋਰਨ ਨੇ। ਬੜੀ ਚੰਗੀ ਗੱਲ ਹੈ ਕਿ ਉਹਨਾਂ ਨੇ ਕਾਫੀ ਖੋਜ ਕੀਤੀ ਹੈਗੀ ਆ ਸਿੱਖ ਇਤਿਹਾਸ ਦੇ ਉੱਪਰ, ਲੇਖਕ ਨੇ, ਕਿਤਾਬਾਂ ਲਿਖੀਆਂ ਨੇ, ਤੇ ਜਿਹੜੀ ਹੁਣ ਉਹਨਾਂ ਦੀ ਕਿਤਾਬ ਆਈ ਆ, ਇਹ ਵੀ ਮੇਰੇ ਖਿਆਲ ਦੇ ਵਿੱਚ, ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਮਿਸਲਾਂ ਦੀ ਗੱਲ ਕੀਤੀ ਗਈ ਆ, ਸਾਨੂੰ ਸਾਡੇ ਬਹੁਤ ਸਾਰੇ ਜਿਹੜੇ ਇਤਿਹਾਸਕਾਰ ਨੇ ਉਹਨਾਂ ਨੇ ਬਹੁਤ ਘੱਟ ਲਿਖਿਆ ਉਹਨਾਂ ਬਾਰੇ, ਐਂਗਲੋ ਸਿੱਖ ਵਾਰ ਬਾਰੇ ਬਹੁਤ ਘੱਟ ਲਿਖਿਆ, ਬ੍ਰਿਟਿਸ਼ ਦੇ ਨਾਲ ਸਾਡੇ ਪਹਿਲਾਂ ਕਿੱਦਾਂ ਦੇ ਸੰਬੰਧ ਸੀਗੇ ਉਹਦੇ ਬਾਰੇ ਲਿਖਿਆ ਗਿਆ। ਤੇ ਮੇਰੇ ਖਿਆਲ ਦੇ ਵਿੱਚ ਸਾਨੂੰ ਸਾਰਿਆਂ ਨੂੰ ਇਹ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਤਾਂ ਕਿ ਅਸੀਂ ਆਪਣੇ ਸਿੱਖ ਇਤਿਹਾਸ ਤੋਂ ਜਾਣੂ ਹੋ ਸਕੀਏ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਤੁਹਾਡੇ ਤੋਂ ਲਵਾਂਗੇ ਇਜਾਜ਼ਤ। ਫਿਰ ਕਿਸੇ ਦਿਨ ਹਾਜ਼ਰ ਹੋਵਾਂਗੇ ਅਸੀਂ ਗੁਰਿੰਦਰ ਸਿੰਘ ਮਾਨ ਜੀ ਹੋਰਾਂ ਦੇ ਨਾਲ। ਸਤਿ ਸ੍ਰੀ ਅਕਾਲ।